ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਤੁਸੀਂ ਦੇਖਦੇ ਹੋ ਰੋਜ਼ਾਨਾ ਦਾ ਸ਼ੋਅ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ। ਇਹ ਸਾਡਾ ਰੋਜ਼ਾਨਾ ਦਾ ਸ਼ੋਅ ਹੁੰਦਾ ਹੈ। ਇਸ ਦੇ ਵਿੱਚ ਤੁਸੀਂ ਸਿਹਤ ਸੰਬੰਧੀ ਜਾਣਕਾਰੀਆਂ ਲੈਂਦੇ ਹੋ। ਸਿੱਖ ਇਤਿਹਾਸ ਦੇ ਵਿੱਚੋਂ ਕੁਝ ਘਟਨਾਵਾਂ ਜਾਂ ਸਿੱਖ ਇਤਿਹਾਸ ਦੇ ਉੱਤੇ ਝਾਤ ਮਾਰੀ ਦੀ ਆ ਅਤੇ ਜਿਹੜੇ ਪੰਜਾਬ ਦੇ ਵਿੱਚ ਹੋ ਰਹੀਆਂ ਸਿਆਸੀ ਸਰਗਰਮੀਆਂ ਬਾਰੇ ਵੀ ਜਿਹੜੀ ਅਸੀਂ ਗੱਲਬਾਤ ਵਿਸ਼ੇਸ਼ ਚਰਚਾ ਜਿਹੜੀ ਆ ਕਰਦੇ ਰਹਿੰਦੇ ਹਾਂ। ਤੇ ਇਸ ਹੀ ਜਾਣਕਾਰੀਆਂ ਨੂੰ ਭਰਪੂਰ ਲੈ ਕੇ ਰੋਜ਼ਾਨਾ ਦਾ ਪ੍ਰੋਗਰਾਮ ਸ਼ੋਅ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਅਸੀਂ ਹਾਜ਼ਰ ਹੋ ਚੁੱਕੇ ਹਾਂ। ਤੇ ਇੱਕ ਵਾਰ ਪਿਆਰ ਸਤਿਕਾਰ ਨਾਲ ਨਿਮਰਤਾ ਸਹਿਤ ਫਿਰ ਫਤਿਹ ਅਰਜ਼ ਕਰਦਾ ਤੇ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਜਿਹੜਾ ਆ ਉਹ ਹੈ ਬੁੱਧਵਾਰ ਤੇ ਅੱਜ ਦਾ ਦਿਨ ਜੋ ਵੀ ਹੈਗਾ ਆ ਮੰਗਲਵਾਰ 5 ਤਰੀਕ 2022 ਤੇ ਜੇ ਅਸੀਂ ਦੇਸੀ ਮਹੀਨੇ ਦੀ ਗੱਲ ਕਰੀਏ 23 ਚੇਤ ਨਾਨਕਸ਼ਾਹੀ 554 ਸੰਮਤ। ਤੇ ਆਓ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ ਸਾਡਾ ਪਹਿਲਾ ਪ੍ਰੋਗਰਾਮ ਹੁੰਦਾ ਆ ਜਾਂ ਸਾਡਾ ਜੋ ਸ਼ੁਰੂਆਤੀ ਦਾ ਪ੍ਰੋਗਰਾਮ ਹੁੰਦਾ ਉਸ ਇਸ ਸੰਬੰਧੀ ਹੁੰਦਾ ਆ ਸਿਹਤ ਦੇ ਨਾਲ ਜਿਹੜਾ ਆ ਕੀ ਜਿਹੜੀਆਂ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਕੀ ਹੁੰਦਾ ਨੇ ਜਾਂ ਮਤਲਬ ਸਾਡੇ ਸਿਹਤ ਲਈ ਜ਼ਰੂਰੀ ਜਾਣਕਾਰੀਆਂ ਕਿਹੜੀਆਂ ਹੁੰਦੀਆਂ ਉਹ ਅਸੀਂ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਅਸੀਂ ਦੱਸਦੇ ਰਹਿੰਦੇ ਹਾਂ। ਤੇ ਅੱਜ ਦਾ ਜੋ ਸਾਡਾ ਖਾਸ ਵਿਸ਼ਾ ਆ ਉਹ ਅੱਜ ਦਾ ਜੋ ਹੈ ਉਹ ਸਾਡੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਨਾਲ ਜਿਹੜਾ ਆ ਸੰਬੰਧਿਤ ਹੈ। ਤਾਂ ਆਓ ਅਸੀਂ ਜਿਹੜਾ ਆ ਇਤਿਹਾਸ ਦੇ ਉੱਤੇ ਝਾਤ ਮਾਰੀਏ। ਉਹਨਾਂ ਨੂੰ ਗੁਰਤਾ ਗੱਦੀ ਕਿਵੇਂ ਮਿਲੀ, ਉਹਨਾਂ ਦਾ ਨਿੱਜੀ ਜੀਵਨ ਕਿੱਦਾਂ ਦਾ ਸੀ, ਉਹਨਾਂ ਦਾ ਜਿਹੜਾ ਆ ਆਨੰਦ ਕਾਰਜ, ਉਹਨਾਂ ਦੇ ਜਿਹੜਾ ਆ ਪਰਿਵਾਰ ਬਾਰੇ, ਉਹਨਾਂ ਦੀ ਵੰਸ਼ ਬਾਰੇ ਜਾਂ ਉਹਨਾਂ ਨੇ ਜਿਹੜਾ ਆ ਗੁਰਤਾ ਗੱਦੀ ਦੇ ਕਾਬਲ ਕਿਵੇਂ ਹੋਏ ਜਾਂ ਅਸੀਂ ਇਹ ਵੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਆ ਜੀਵਨ ਬਿਉਰਾ ਆ ਉਹਦੇ ਉੱਤੇ ਜਿਹੜੀ ਅਸੀਂ ਝਾਤ ਮਾਰਾਂਗੇ ਤੇ ਅੱਜ ਦੇ ਦਿਨ ਨੂੰ ਜਿਹੜਾ ਆ ਸਮਰਪਿਤ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ। ਤੇ ਮੇਰੇ ਨਾਲ ਜਿਹੜੇ ਨੇ ਮੇਰੇ ਸਾਥੀ ਰੂਹੀ ਗਰੋਵਰ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਰਲ ਕੇ ਜਿਹੜਾ ਆ ਅਸੀਂ ਪ੍ਰੋਗਰਾਮ ਦੀ ਜਿਹੜੀ ਆ ਉਹ ਅਸੀਂ ਸਾਂਝ ਨੂੰ ਪਾ ਕੇ ਤੇ ਅੱਗੇ ਵਧਾਵਾਂਗੇ। ਜੀ ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਸੀਂ ਕਹਿਣਾ ਚਾਹਾਂਗੇ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ ਜਾਂ ਫਿਰ ਉਹ ਵੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਨੇ ਲੇਕਿਨ ਬ੍ਰੇਕ ਤੋਂ ਬਾਅਦ। ਜੀ ਬਿਲਕੁਲ ਜੀ। ਤੇ ਰੂਹੀ ਜੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ ਜਿਹੜੇ ਸਿੱਖਾਂ ਦੇ ਨਹੀਂ ਸਾਡੇ ਮਨਾਂ ਦੇ ਵਿੱਚ ਜਨਾ ਇੱਕ ਗੱਲ ਜਿਹੜੀ ਆ ਉਹ ਆਮ ਜੀ ਪ੍ਰਚਲਿਤ ਹੋ ਗਈ ਆ ਕਿ ਸਿੱਖਾਂ ਦੇ ਗੁਰੂ ਪਹਿਲੇ ਗੁਰੂ ਨਾਨਕ ਦੇਵ ਜੀ, ਸਿੱਖਾਂ ਦੇ ਗੁਰੂ ਦੂਸਰੇ ਗੁਰੂ ਅੰਗਦ ਦੇਵ ਜੀ, ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖਾਂ ਦੇ ਸ਼ਬਦ ਗੁਰੂ ਜਾਂ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਹੀਂ, ਸਮੁੱਚੀ ਮਾਨਵਤਾ ਦੇ ਸਿੱਖ ਨੇ ਜਿਨ੍ਹਾਂ ਨੇ ਸਾਰੀ ਹੀ ਮਾਨਵਤਾ ਲਈ ਜਿਹੜਾ ਆ ਸਰਵਸੰਦਾ ਜਿਹੜਾ ਆ ਉਪਦੇਸ਼ ਜਿਹੜਾ ਆ ਦਿੱਤਾ ਆ ਤੇ ਸਾਰਿਆਂ ਨੂੰ ਇੱਕ ਕਰਨ ਦੇ ਲਈ ਜਿਹੜਾ ਆ ਕਈ ਤਰ੍ਹਾਂ ਦੀਆਂ ਉਦਾਸੀਆਂ ਕੀਤੀਆਂ, ਕਈ ਤਰ੍ਹਾਂ ਦੀਆਂ ਜਿਹੜੀਆਂ ਮੰਜੀਆਂ ਸਥਾਪਿਤ ਕੀਤੀਆਂ, ਪ੍ਰਚਾਰ ਜਿਹੜਾ ਕੀਤਾ, ਵੱਖ-ਵੱਖ ਧਰਮਾਂ ਨੂੰ ਜਿਹੜਾ ਆ ਲਲਕਾਰ ਕੇ ਬੁਲਾਇਆ, ਉਹਨਾਂ ਨੂੰ ਉਹਨਾਂ ਦੀ ਹੋਂਦ ਦੱਸੀ ਕਿ ਤੁਸੀਂ ਕਿਸ ਹੋਂਦ ਦੇ ਸੀ ਤੇ ਤੁਹਾਨੂੰ ਕਿੱਥੇ ਜਿਹੜਾ ਰੱਖਿਆ ਜਾ ਰਿਹਾ। ਤੁਹਾਨੂੰ ਦਲਿਤ ਬਣਾ ਦਿੱਤਾ ਗਿਆ, ਤੁਹਾਨੂੰ ਸ਼ੂਦਰ ਬਣਾ ਦਿੱਤਾ ਗਿਆ, ਤੁਹਾਨੂੰ ਜਿਹੜਾ ਆ ਜਾਤਾਂ ਪਾਤਾਂ ਦੇ ਵਿੱਚ ਵੰਡ ਦਿੱਤਾ ਗਿਆ। ਲਲਕਾਰ ਕੇ ਕਿਹਾ ਵੀ ਖੜੇ ਹੋ ਜਾਓ, ਤੁਸੀਂ ਆਪਣੀ ਹੋਂਦ ਨੂੰ ਪਛਾਣੋ ਤੇ ਆਪਣੀ ਜਿਹੜੀ ਹੋਂਦ ਹੈ ਤੁਹਾਡੀ ਕੀ ਆ ਉਹਨਾਂ ਨੂੰ ਜਿਹੜਾ ਆ ਆਪ ਦਾ ਰੂਪ ਦੇ ਕੇ ਆਪ ਦੇ ਥਾਂ ਤੇ ਜਿਹੜੀ ਆ ਬਰਾਬਰ ਬਿਠਾ ਕੇ ਜਿਹੜਾ ਆ ਉਹਨਾਂ ਤੋਂ ਫਿਰ ਜਿਹੜਾ ਆ ਅੰਮ੍ਰਿਤ ਦੀ ਜਿਹੜੀ ਆ ਉਹ ਦਾਤ ਉਹਨਾਂ ਤੋਂ ਲਈ। ਇਹ ਨਹੀਂ ਕਿ ਸਿਰਫ ਇੱਕ ਗੁਰੂ ਦਾ ਹੀ ਫਰਜ਼ ਬਣਦਾ ਆ ਕਿ ਉਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਸਿੱਖਾਂ ਨੂੰ ਜਾਂ ਆਪ ਦੇ ਛੋਟਿਆਂ ਤੋਂ ਜਿਹੜੇ ਉਹਨਾਂ ਤੋਂ ਸਿੱਖਿਆ ਲੈ ਰਹੇ ਹੋਣ ਕਿ ਉਹਨਾਂ ਨੂੰ ਸਿੱਖਿਆ ਦੇਣ ਦਾ ਨਹੀਂ, ਬਲਕਿ ਗੁਰੂ ਚੇਲਾ ਗੁਰੂ ਦੀ ਵਾਲੀ ਜਿਹੜੀ ਆ ਉਹ ਇੱਥੇ ਰੀਤ ਜਿਹੜੀ ਨਿਭਾਈ ਆ। ਜੇ ਅਸੀਂ ਰੂਹੀ ਜੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਤੋਂ ਤੱਕ ਤੇ ਸਿਰਫ ਵੰਸ਼ਵਾਦ ਨੂੰ ਅੱਗੇ ਨਹੀਂ ਵਧਾਇਆ, ਸਿਰਫ ਉਹਨਾਂ ਨੂੰ ਅੱਗੇ ਵਧਾਇਆ ਜਿਨ੍ਹਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਰਹਿ ਕੇ ਪਰਮਾਤਮਾ ਦੇ ਸਿੱਖੀ ਸਿਧਾਂਤਾਂ ਨੂੰ ਆਪਣੇ ਮਨ ਦੇ ਅੰਦਰ ਵਸਾਇਆ, ਆਪਣੇ ਮਨ ਦੇ ਅੰਦਰੋਂ ਹਉਮੈ ਦੀ ਮੈਲ ਨੂੰ ਦੂਰ ਕੀਤਾ, 5 ਵਿਕਾਰਾਂ ਨੂੰ ਦੂਰ ਕੀਤਾ। ਜੇ ਕਿਹਾ ਕਿ ਚਿੱਕੜ ਦੇ ਵਿੱਚ ਲੋਟਾ ਡਿੱਗਿਆ ਹੋਇਆ ਤਾਂ ਲੋਟਾ ਚੱਕ ਕੇ ਲਿਆਉਣ ਦੀ ਗੱਲ ਕੀਤੀ। ਜੇ ਕਿਹਾ ਕਿ
ਵੀ ਭਾਈ ਜੇ ਇਹਨਾਂ ਕੁਰੈਤਾਂ ਤੋਂ ਤੁਸੀਂ ਦੂਰ ਰਹਿਣਾ ਆ ਤਾਂ ਉਹਨਾਂ ਕੁਰੈਤਾਂ ਤੋਂ ਦੂਰ ਰਹਿਣ ਦੀ ਗੱਲ ਕੀਤੀ। ਜੇ ਅਸੀਂ ਗੱਲ ਕਰੀਏ ਕਿ 5 ਤੀਰ ਦੇ ਕੇ ਕਿਹਾ ਕਿ ਫਲਾਣਿਆਂ ਨੂੰ ਜਿਹੜਾ ਆ ਸਿੱਖਾਂ ਦੇ ਉੱਤੇ ਜਿਹੜਾ ਆ ਜਾਂ ਮਜ਼ਲੂਮਾਂ ਦੇ ਉੱਤੇ ਜਿਹੜਾ ਘਾਣ ਕੀਤਾ ਜਾ ਰਿਹਾ ਆ ਉਸ ਨੂੰ ਜਿਹੜਾ ਆ ਬਚਾਇਆ ਜਾਵੇ, ਫਿਰ ਵੀ ਜਿਹੜਾ ਆ ਨਿਮਰਤਾ ਦੇ ਨਾਲ ਉਹਨਾਂ ਨੇ ਜਿਹੜੀ ਆ ਇਸ ਬੇਨਤੀ ਨੂੰ ਸਿਰ ਮੱਥੇ ਲਾਇਆ। ਚਾਹੇ ਬੰਦ ਕਟਵਾਉਣਾ ਪਿਆ, ਚਰਖੜੀਆਂ ਤੇ ਚੜ੍ਹਨਾ ਪਿਆ, ਦੇਗਾਂ ਦੇ ਵਿੱਚ ਉਬਲਣਾ ਪਿਆ, ਤੇਗਾਂ ਦੇ ਨਾਲ ਖੇਡਣਾ ਪਿਆ, ਤੇ ਜਿਹੜਾ ਆ ਤੱਤੀਆਂ ਤਵੀਆਂ ਦੇ ਉੱਤੇ ਬਹਿ ਕੇ ਵੀ ਜਿਹੜਾ ਆ ਤੇਰਾ ਭਾਣਾ ਮਿੱਠਾ ਲਾਗੇ ਵਾਲਿਆਂ ਨੂੰ ਜਿਹੜੀ ਆ ਇਹ ਜਿਹੜੀ ਆ ਗੁਰਤਾ ਗੱਦੀ ਜਿਹੜੀ ਆ ਦਿੱਤੀ ਗਈ ਆ, ਤੇ ਜਿਹੜੀਆਂ ਨੇ ਸ਼ਹਾਦਤਾਂ ਜਿਹੜੀਆਂ ਨੇ ਦਿੱਤੀਆਂ ਨੇ, ਜਾਂ ਅਸੀਂ ਇਹ ਕਹਿ ਦਈਏ ਕਿ ਇਸ ਦੇ ਕਾਬਿਲ ਨੇ। ਜੇ ਅਸੀਂ ਕਹੀਏ ਕਿ ਹਾਂ ਸਾਡੇ ਕੋਲ ਪੈਸਾ ਜ਼ਿਆਦਾ, ਅੱਜ ਅਸੀਂ ਜੇ ਸਾਨੂੰ ਕੋਈ ਕਵੇ ਕਿ ਇਸ ਇਮਾਰਤ ਦੇ ਉੱਤੇ 20 ਲੱਖ ਰੁਪਏ ਦਾ ਖਰਚਾ ਆ, ਉਹਦੇ ਵਿੱਚੋਂ ਅਸੀਂ 2 ਲੱਖ ਰੁਪਏ ਦੇ ਦਈਏ ਤਾਂ ਸਾਨੂੰ ਜਿਹੜੀ ਆ ਗੁਰਗੱਦੀ ਮਿਲ ਜੂਗੀ। ਜਾਂ ਅਸੀਂ ਇਹ ਕਹਿ ਦਈਏ ਕਿ ਸਾਡੇ ਕੋਲ ਰਾਜ ਭਾਗ ਹੈ, ਅਸੀਂ ਪੂਰੀ ਜਿਹੜਾ ਆ ਦੁਨੀਆ ਦੇ ਉੱਤੇ ਰਾਜ ਕਰਦੇ ਆ ਤੇ ਉਸ ਨੂੰ ਗੱਦੀ ਮਿਲ ਜਾਵੇ। ਨਹੀਂ, ਜਿਹੜਾ ਨਿਮਰਤਾ ਦੇ ਨਾਲ ਅੰਦਰੋਂ ਝੁਕ ਕੇ, ਬਾਹਰੋਂ ਤਾਂ ਹਰ ਕੋਈ ਝੁਕਦਾ ਰੋਹੀ ਜੀ, ਜੇ ਅੰਦਰੋਂ ਝੁਕ ਕੇ ਜਿਹੜਾ ਬੰਦਾ ਆਪਣੇ ਆਪ ਨੂੰ ਗੁਰੂ ਦੀ ਸੇਵਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਲਾਉਂਦਾ ਆ, ਗੁਰਗੱਦੀ ਉਹਨੂੰ ਮਿਲਦੀ ਆ, ਤੇ ਉਹੀ ਜਿਹੜਾ ਆ ਗੁਰੂ ਸਿਧਾਂਤਾਂ ਦੇ ਮੁਤਾਬਕ ਆਪਣਾ ਇੱਥੋਂ ਜੀਵਨ ਪੂਰਾ ਕਰਕੇ ਜਿਹੜਾ ਆ ਉਹ ਚਲਾ ਜਾਂਦਾ ਆ, ਤੇ ਬਾ ਇੱਜ਼ਤ ਜਿਹੜਾ ਆ ਗੁਰੂ ਦੀ ਕਚਹਿਰੀ ਦੇ ਵਿੱਚ ਜਿਹੜਾ ਆ ਉੱਥੇ ਬਰੀ ਹੁੰਦਾ ਆ। ਬਿਲਕੁਲ। ਤੇ ਬਹੁਤ ਹੀ ਪਿਆਰਾ ਜਿਹਾ ਬਚਨ ਅੱਜ ਸਵੇਰ ਦਾ ਮੇਰੇ ਮਨ ਤੋਂ ਰੂਹੀ ਜੀ ਜਿਹੜਾ ਆ ਅੰਦਰ ਚੱਲ ਰਿਹਾ ਸੀਗਾ कि प्रभ कीजै कृपा निधान, हम हर गुण गावेंगे, हम तुमरी करो नित्यास, प्रभ मोहे कब गल लावांगे। ਇਹ ਜਿਹੜੀ ਆ ਮੇਰੇ ਮਨ ਦੀ ਵੀ ਜਿਹੜੀ ਆ ਇਹ ਇੱਛਾ ਆ ਕਿ ਪਰਮਾਤਮਾ ਮੈਂ ਆਪਣੇ ਵੱਲੋਂ ਯਤਨ ਪੂਰਾ ਕਰਦਾ, ਨਾਮ ਸਿਮਰਨ ਵੀ ਕਰਦਾ, ਗੁਰਬਾਣੀ ਵੀ ਪੜ੍ਹਦਾ, ਚੰਗੇ ਕੰਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਚੰਗੇ ਕੰਮ ਕਰਦਾ, ਕਿਉਂਕਿ ਜਿਹੜਾ ਇਨਸਾਨ ਗਲਤੀਆਂ ਦਾ ਪੁਤਲਾ ਆ, ਕਿਨ ਭੁੱਲਣਹਾਰ ਹੈ, ਤੇ ਇਹ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਕਹਿਣਾ ਕਿ ਮੈਂ ਸਾਰੀਆਂ ਹੀ ਸਹੀ ਕੰਮ ਕਰਦਾ। ਅਨੇਕਾਂ ਗਲਤੀਆਂ ਕੀਤੀਆਂ ਹੋਣਗੀਆਂ, ਅਨੇਕਾਂ ਗਲਤੀਆਂ ਕਰਦਾ ਆ ਤੇ ਕਰਦਾ ਹੋਵਾਂਗਾ। ਸੋ ਇਸ ਕਰਕੇ ਪ੍ਰਭੂ ਜੀ, ਹੇ ਦਿਆਲੂ ਜੀ, ਦੀਨਾ ਬੰਧੂ ਜੀ, ਤੁਸੀਂ ਜਿਹੜੇ ਆਪਣੀ ਅਪਾਰ ਕਿਰਪਾ ਕਰਕੇ ਜਿਹੜਾ ਆ ਤੁਸੀਂ ਆਪਣਾ ਨਾਮ ਜਪਾਓ, ਆਪਣੇ ਜਿਹੜੇ ਆ ਕਿਵੇਂ ਸੇਵਾ ਸਿਮਰਨ ਕਰਨੀ ਆ ਇਹ ਸਾਨੂੰ ਜਿਹੜਾ ਆ ਬਲ ਬੁੱਧ ਬਖਸ਼ੋ। ਤੇ ਆਓ ਹੁਣ ਅਸੀਂ ਗੱਲਬਾਤ ਕਰਦੇ ਹਾਂ ਗੁਰੂ ਅੰਗਦ ਸਾਹਿਬ ਜੀ ਦੀ, ਤੇ ਅੱਜ ਉਹਨਾਂ ਦਾ ਜਿਹੜਾ ਆ ਜੋਤੀ ਜੋਤ ਪੁਰਬ ਹੈ। ਇਸ ਪੁਰਬ ਦੇ ਉੱਤੇ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰਨੀ ਆ। ਸਾਡਾ ਇਸ ਪ੍ਰੋਗਰਾਮ ਉਲੀਕਣ ਦਾ ਮਤਲਬ ਇਹੀ ਹੈ ਕਿ ਜੇ ਅਸੀਂ ਸਿੱਖਾਂ ਜਾਂ ਯੋਧਿਆਂ ਦੀ ਅਸੀਂ ਗੱਲ ਕਰਦੇ ਹਾਂ, ਜਾਂ ਮਤਲਬ ਇਹ ਵੀ ਕਹਿ ਸਕਦੇ ਹਾਂ ਕਿ ਜੇ ਅਸੀਂ ਆਪਣੇ ਗੁਰੂਆਂ ਦੀ ਜਿਹੜੀ ਆ ਇਤਿਹਾਸ ਨੂੰ ਜਿਹੜੇ ਆ ਪੜਚੋਲ ਕਰਦੇ ਹਾਂ, ਜਾਂ ਉਹਦੀ ਉਸ ਨੂੰ ਸੁਣਦੇ ਹਾਂ ਜਾਂ ਅਸੀਂ ਸੁਣਾਉਂਦੇ ਹਾਂ, ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਹਾਂ, ਸਾਡਾ ਪਾਪੀ ਮਨ ਮੰਨੇ ਜਾਂ ਨਾ ਮੰਨੇ ਉਹ ਗੱਲ ਅਲੱਗ ਹੈ। ਤੇ ਆਓ ਅਸੀਂ ਗੱਲਬਾਤ ਕਰੀਏ ਗੁਰੂ ਅੰਗਦ ਸਾਹਿਬ ਜੀ ਦੇ ਬਾਰੇ, ਤੇ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰੀਏ, ਤੇ ਅੱਜ ਦਾ ਦਿਨ ਜੋ ਉਹਨਾਂ ਨੂੰ ਜਿਹੜਾ ਆ ਸਮਰਪਿਤ ਹੈ। ਜੀ, ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ, ਜਿਨ੍ਹਾਂ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਜਿਸ ਸਮੇਂ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੇ ਦੌਰਾਨ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਅਰਾਜਕਤਾ ਦਾ ਦੌਰ ਸੀ। ਇਸ ਲਈ ਸਿੱਖ ਧਰਮ ਦੇ ਵਿਕਾਸ ਤੇ ਸੰਗਠਨ ਲਈ ਉਹਨਾਂ ਦਾ ਗੁਰਿਆਈ ਕਾਲ ਬੜੀ ਅਹਿਮੀਅਤ ਰੱਖਦਾ ਸੀ। ਉਹਨਾਂ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਨਵਾਂ ਜਨਮ ਹੋਇਆ ਸੀ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਬਖੂਬੀ ਨਾਲ ਨਿਭਾਇਆ ਤੇ ਸਿੱਖ ਧਰਮ ਨੂੰ ਮਜ਼ਬੂਤ ਕੀਤਾ। ਜੀ, ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਬਾਬਾ ਫੇਰੂਮਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ ਹੋਇਆ। ਜਦੋਂ ਬਾਬਰ ਦੇ ਹਮਲੇ ਤੇ ਸੂਬੇਦਾਰਾਂ ਦੀਆਂ ਬਗਾਵਤਾਂ ਕਾਰਨ ਜਿਹੜਾ ਆ ਬਦ ਅਮਨੀ ਤੇ ਲੁੱਟਮਾਰ ਕਰਕੇ ਮਤੇ ਦੀਆਂ ਸਰਾਂ ਬਿਲਕੁਲ ਬਰਬਾਦ ਹੋ ਗਈਆਂ, ਤਾਂ ਬਾਬਾ ਫੇਰੂਮਲ ਪਰਿਵਾਰ ਸਮੇਤ ਪਿੰਡ ਹਰੀਕੇ ਤੋਂ ਫਿਰ ਖਡੂਰ ਸਾਹਿਬ ਆ ਵਸੇ। ਬਾਬਾ ਫੇਰ ਜਿਹੜਾ ਆ ਫੇਰੂਮਲ ਜੀ ਦੇ ਪੁੱਤਰ ਜਿਹੜੇ ਨੇ 7 ਤੇ ਇੱਕ ਜਿਹੜੀ ਧੀ ਸੀ ਉਹਨਾਂ ਦੀ ਬੀਬੀ ਵਰਾਈ, ਜੋ ਕਿ ਖਡੂਰ ਸਾਹਿਬ ਮਹਿਮੇ ਚੌਧਰੀ ਨਾਲ ਵਿਆਹੀ ਹੋਈ ਸੀ। ਤੇ ਉਹਨਾਂ ਦਾ ਵਿਆਹ 15 ਸਾਲ ਦੀ ਉਮਰ ਵਿੱਚ 1519 ਈਸਵੀ ਵਿੱਚ ਜਿਹੜਾ ਮਾਤਾ ਖੀਵੀ ਜੀ ਪੁੱਤਰੀ ਦੇਵੀ ਚੰਦ ਪਿੰਡ ਸੰਗਰ ਨੇੜੇ ਖਡੂਰ ਸਾਹਿਬ ਵਿਖੇ ਜਿਹੜਾ ਆ ਉਹ ਹੋਇਆ ਸੀ। ਜੀ, ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾ ਮਲਾਰਾ ਤੇ ਉੱਤਮ ਪਾਲਣ ਪੋਸ਼ਣ ਨਾਲ ਬੀਤਿਆ। ਇਹਨਾਂ ਦੀ ਪੜ੍ਹਾਈ ਤੇ ਫਾਰਸੀ ਸਿੱਖਣ ਦਾ ਯੋਗ ਪ੍ਰਬੰਧ ਕੀਤਾ ਗਿਆ। ਆਪ ਚੌਧਰੀ ਤਖਤ ਕੋਲ ਮੁਨਸ਼ੀ ਦਾ ਕੰਮ ਕਰਨ ਲੱਗ ਪਏ।
ਕਿਸੇ ਕਾਰਨ ਜਦ ਬਾਬਾ ਫੇਰੂਮਲ ਤੇ ਚੌਧਰੀ ਤਖਤਮਲ ਦਾ ਆਪਸੀ ਮਤਭੇਦ ਹੋ ਗਿਆ ਸੀ ਤਾਂ ਆਪ ਆਪਣੇ ਸਹੁਰੇ ਪਰਿਵਾਰ ਪਿੰਡ ਸੰਗਰ ਚਲੇ ਗਏ ਤੇ ਕੁਝ ਦੇਰ ਉੱਥੇ ਹੀ ਰਹੇ। ਇੱਥੇ ਆਪ ਜੀ ਦੇ 2 ਪੁੱਤਰ ਦਾਸ ਤੇ ਦਾਤੂ ਜੀ ਦੇ ਤੇ 2 ਧੀਆਂ ਬੀਬੀ ਅਨੋਖੀ ਤੇ ਬੀਬੀ ਅਮਰੋ ਜੀ ਹੋਏ। ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਦੀ ਸ਼ਖਸੀਅਤ ਦਾ ਦੋਨੋਂ ਬੱਚਿਆਂ ਤੇ ਗਹਿਰਾ ਪ੍ਰਭਾਵ ਪਿਆ। ਇਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾਂ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਗੁਰੂ ਘਰ ਦੇ ਸੇਵਾ ਕਰਦੇ ਕਰਦੇ ਗੁਰੂ ਪਦਵੀ ਤੱਕ ਪਹੁੰਚ ਗਏ ਜੀ। ਇਹ ਪਰਿਵਾਰ ਦੇਵੀ ਦੁਰਗਾ ਦਾ ਭਗਤ ਸੀ ਤੇ ਹਰ ਸਾਲ ਬਾਬਾ ਫੇਰੂਮਲ ਜੀ ਜਥਿਆਂ ਨੂੰ ਦੇਵੀ ਦਰਸ਼ਨ ਕਰਵਾਉਣ ਲਈ ਜਿਹੜਾ ਆ ਉਹ ਲੈ ਕੇ ਜਾਇਆ ਕਰਦੇ ਸੀ। 1526 ਈਸਵੀ ਵਿੱਚ ਬਾਬਾ ਫੇਰੂਮਲ ਦੀ ਚੜ੍ਹਾਈ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਜਿਹੜਾ ਆ ਉਹਨਾਂ ਦੇ ਸਿਰ ਲੱਗ ਗਿਆ। ਯਾਨੀ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਜ਼ਿੰਮੇ ਪੈ ਗਿਆ ਜਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਜਾਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਲਈ। ਕਿਉਂਕਿ ਤੀਰਥਾਂ ਤੇ ਜਾਣਾ ਜਿਹੜਾ ਆ ਉਹ ਪਹਿਲਾਂ ਤੋਂ, ਇਹ ਹੁਣ ਨਹੀਂ ਆ, ਇਹ ਪਹਿਲਾਂ ਤੋਂ ਹੀ ਜਿਹੜਾ ਆ ਇਹ ਇੱਕ ਪ੍ਰਚਲਿਤ ਲਹਿਰ ਸੀ ਜਾਂ ਇਹ ਵੀ ਕਹਿ ਸਕਦੇ ਆ ਕਿ ਇਹ ਪ੍ਰਚਲਿਤ ਸੀਗਾ ਕਿ ਦੇਵੀ ਦੇਵਤਿਆਂ ਦੇ ਲਈ ਜਿਹੜਾ ਆ ਜਾਂ ਆਪਣੇ ਪਿਤਰਾਂ ਦੇ ਲਈ ਜਿਹੜਾ ਆ ਤੀਰਥਾਂ ਦੀ ਯਾਤਰਾ ਕਰਨੀ, ਉਹਨਾਂ ਦੇ ਲਈ ਸਭ ਕੁਝ ਮੰਗਣਾ ਜਾਂ ਪਰਮਾਤਮਾ ਦੀ ਪ੍ਰਾਪਤੀ ਲਈ ਜਿਹੜਾ ਆ ਥਾਂ ਥਾਂ ਤੇ ਜਿਹੜਾ ਆ ਅਸੀਂ ਤੀਰਥਾਂ ਤੇ ਜਿਹੜਾ ਆ ਉਹ ਅਸੀਂ ਜਾਂਦੇ ਆ ਤੇ ਹਰ ਸਾਲ ਨਿਰੰਤਰ ਯਾਤਰਾ ਤੇ ਜਾਂਦੇ ਰਹੇ। ਇੱਕ ਵਾਰੀ ਭਾਈ ਜੋਧਾ ਜੋ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਤੇ ਉਹਨਾਂ ਪਾਸੋਂ ਗੁਰੂ ਸਾਹਿਬ ਦੀ ਬਾਣੀ ਆਪਣੀ ਬੋਲੀ ਵਿੱਚ ਬੜੀ ਪਿਆਰ ਭਰੀ ਤੇ ਮਿੱਠੀ ਸੁਰ ਵਿੱਚ ਗਾ ਰਹੇ ਸੀ। ਸੁਣੀ ਤਾਂ ਬਹੁਤ ਪ੍ਰਭਾਵਿਤ ਹੋਏ ਕਿ ਕਿਹਾ ਕਿ ਇਹ ਬਾਣੀ ਇਹ ਕਿਹੜਾ ਸ਼ਬਦ ਹੈ ਜਿਹੜਾ ਅੱਜ ਤੱਕ ਮੇਰੇ ਕੰਨਾਂ 'ਚ ਨਹੀਂ ਪਿਆ ਜੀ। ਇਤਨੇ ਪਿਆਰ ਸਤਿਕਾਰ ਦੇ ਨਾਲ ਬੋਲਣਾ, ਇਤਨੇ ਪਿਆਰ ਸਤਿਕਾਰ ਦੇ ਨਾਲ ਸ਼ਬਦ ਦਾ ਉਚਾਰਨ ਕਰਨਾ, ਇੰਨੇ ਪਿਆਰ ਸਤਿਕਾਰ ਦੇ ਨਾਲ ਜਿਹੜਾ ਆ ਇਸ ਨੂੰ ਪੜ੍ਹਨਾ ਤੇ ਉਹ ਸ਼ਬਦ ਸੀਗਾ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਐ ਜੀ। ਬਿਲਕੁਲ ਜੀ। ਭਾਈ ਜੋਧਾ ਜੀ ਕੋਲੋਂ ਪੁੱਛਣ ਤੇ ਪਤਾ ਲੱਗਿਆ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੈ। ਬਸ ਫੇਰ ਕੀ ਸੀ, ਉਹਨਾਂ ਦੇ ਦਰਸ਼ਨਾਂ ਦੀ ਤਾਂਘ ਲੱਗ ਗਈ। ਇਸ ਵਕਤ ਗੁਰੂ ਨਾਨਕ ਦੇਵ ਜੀ ਆਪਣੀਆਂ 4 ਉਦਾਸੀਆਂ ਦੇਸ਼ ਵਿਦੇਸ਼ ਦੀਆਂ ਲੰਮੀਆਂ ਯਾਤਰਾਵਾਂ ਕਰਨ ਤੋਂ ਬਾਅਦ ਕਰਤਾਰਪੁਰ ਵਸ ਗਏ ਸਨ ਤੇ ਇੱਥੇ ਹੀ ਆਪਣੀ ਗ੍ਰਹਿਸਥੀ ਜ਼ਿੰਮੇਵਾਰੀਆਂ ਦੇ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਤੇ ਲੋਕ ਸੇਵਾ ਕਰ ਰਹੇ ਸਨ। ਹਰ ਸਾਲ ਦੀ ਤਰ੍ਹਾਂ ਦੇਵੀ ਦਰਸ਼ਨ ਲਈ ਸੰਗ ਤਿਆਰ ਹੋ ਰਿਹਾ ਸੀ। ਭਾਈ ਲਹਿਣਾ ਦੀ ਅਗਵਾਈ ਹੇਠ ਚੱਲ ਪਿਆ, ਪਰ ਇਸ ਵਾਰ ਉਹਨਾਂ ਦਾ ਚਿੱਤ ਕਿਤੇ ਹੋਰ ਸੀ। ਜਦ ਕਰਤਾਰਪੁਰ ਪਹੁੰਚੇ ਤਾਂ ਜੱਥੇ ਨਾਲੋਂ ਨਿਖੜ ਕੇ ਇੱਕ ਸਿੰਘ ਕੋਲੋਂ ਪੁੱਛਦੇ ਹਨ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ, ਪਤਾ ਦੱਸ ਸਕਦੇ ਹੋ? ਉਹਨਾਂ ਨੇ ਘੋੜੇ ਦੀ ਲਗਾਮ ਪਕੜ ਲਈ ਤੇ ਕਿਹਾ ਕਿ ਮੇਰੇ ਪਿੱਛੇ ਪਿੱਛੇ ਤੁਰ ਪਵੋ, ਮੈਂ ਤੁਹਾਨੂੰ ਉਹਨਾਂ ਕੋਲ ਲੈ ਕੇ ਚੱਲਦਾ। ਜਦ ਧਰਮਸਾਲ ਪਹੁੰਚੇ ਤਾਂ ਕਿਹਾ ਘੋੜਾ ਇੱਥੇ ਬੰਨ੍ਹ ਦਿਓ। ਆਪ ਉਹ ਦੂਸਰੇ ਦਰਵਾਜ਼ੇ ਤੋਂ ਅੰਦਰ ਆ ਗਏ। ਭਾਈ ਲਹਿਣਾ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਚੁੱਕ ਕੇ ਦੇਖਿਆ ਤਾਂ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਸਨ, ਉਹੀ ਜੋ ਉਹਨਾਂ ਦੀ ਲਗਾਮ ਪਕੜ ਕੇ ਇੱਥੋਂ ਤੱਕ ਲੈ ਕੇ ਆਏ ਸੀ ਜੀ। ਬਿਲਕੁਲ ਜੀ। ਐਦਾਂ ਦਾ ਗੁਰੂ, ਐਦਾਂ ਦਾ ਪਾਸ਼ਾ ਗੁਰਬਾਣੀ ਦੇ ਵਿੱਚ ਫਰਮਾਨ ਆਉਂਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਅਸੀਂ ਕਦੀ ਯਤਨ ਕੀਤਾ, ਅਸੀਂ ਆਪਣੇ ਮਨ ਤੋਂ ਕਦੀ ਪੁੱਛਿਆ ਕਿ ਅਸੀਂ ਪਰਮਾਤਮਾ ਦੇ ਨੂੰ ਮਿਲਣ ਲਈ ਵੀ ਜਿਹੜਾ ਆ ਸਾਡੇ ਮਨ ਦੇ ਵਿੱਚ ਵੈਰਾਗ ਹੋਣਾ ਚਾਹੀਦਾ। ਅਸੀਂ ਤਾਂ ਕਦੀ ਇਹ ਵੀ ਨਹੀਂ ਸੋਚਿਆ। ਅਸੀਂ ਸੋਚਦੇ ਹਾਂ ਸਾਡਾ ਨਿਤਨੇਮ ਪਿਆ, ਸਵੇਰੇ 4 ਵਜੇ ਉੱਠਣਾ। ਮੈਂ ਇਹ ਕਹਿ ਸਕਦਾ ਕਿ ਰੂਹੀ ਜੀ ਮੈਂ ਸਵੇਰੇ 4:30 ਵਜੇ ਉੱਠਦਾ, ਮੈਂ ਨਿਤਨੇਮ ਕਰਦਾ, ਉਸ ਤੋਂ ਬਾਅਦ ਚੋਂ ਮੈਂ ਦਿਨ ਦਾ ਕੰਮ ਕਰਦਾ, ਫਿਰ ਮੇਰੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਇਹ ਮੈਂ ਕੀਤਾ ਕਿ ਜਾਂ ਤੁਹਾਨੂੰ ਸੁਣਾਇਆ? ਸੁਣਾਇਆ। ਇਸ ਕਰਕੇ ਜਦੋਂ ਅਸੀਂ ਆਪਣੇ ਮਨ ਨੂੰ ਸੁਣਾਵਾਂਗੇ ਜਾਂ ਅਸੀਂ ਆਪਣੇ ਮਨ ਦੀ ਸਫਾਈ ਕਰਾਂਗੇ, ਭਰੀਆ ਮਤ ਪਾਪਾਂ ਕੈ ਸੰਗੋ ਧੂਪੈ ਨਾਵੇਂ ਕਰਾਂਗੇ, ਅਸੀਂ ਆਪਣੇ ਮਨ ਨੂੰ ਜਿਹੜਾ ਆ ਸੁਣਾਵਾਂਗੇ, ਆਪਣੇ ਮਨ ਦੀ ਮੈਲ ਨੂੰ ਉਤਾਰਾਂਗੇ, ਫਿਰ ਜਿਹੜਾ ਆ ਸਾਡਾ ਨਿਤਨੇਮ ਜਿਹੜਾ ਕੀਤਾ ਹੋਇਆ ਫਿਰ ਸਫਲ ਹੋਏਗਾ, ਫਿਰ ਆਨੰਦ ਆਏਗਾ, ਅਰਦਾਸ ਵੀ ਫਿਰ ਹੋਏਗੀ, ਵਿਰਾਗ ਵੀ ਉਦੋਂ ਹੀ ਆਏਗਾ ਜਦੋਂ ਪ੍ਰਭੂ ਪਿਆਰੇ ਦਾ ਜਿਹੜਾ ਆ ਜਾਪ ਸਾਡੇ ਮਨ ਦੇ ਵਿੱਚ ਚੱਲੂਗਾ। ਬਿਲਕੁਲ ਜੀ। ਸਾਡੇ ਮਨ ਦੇ ਵਿੱਚ ਜਾਪ ਲਈ ਤਿਆਰ ਨਹੀਂ ਹੋਇਆ, ਜਾਪ ਨਹੀਂ ਕੀਤਾ, ਵੈਰਾਗ ਨਹੀਂ ਆਇਆ, ਅਰਦਾਸਾਂ ਵੀ ਕੀਤੀਆਂ, ਆਨੰਦ ਫਿਰ ਕਿੱਥੋਂ ਆਏਗਾ? ਤੇ ਲੋਕ ਵਿਖਾਵੇ ਨਾਲ ਵੈਸੇ ਵੀ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ। ਬਿਲਕੁਲ ਜੀ, ਬਿਲਕੁਲ। ਸੋ ਇਸੇ ਕਰਕੇ ਜਿਹੜਾ ਆ ਸਾਨੂੰ ਆਪਣੇ ਅੰਦਰ ਜਿਹੜੀ ਆ ਝਾਤ ਮਾਰਨੀ ਚਾਹੀਦੀ ਆ। ਜ਼ਰੂਰੀ ਨਹੀਂ ਹੈ ਕਿ ਜਿਹੜਾ ਇਹ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਵਾਸਤੇ ਹੀ ਆ। ਮੈਂ ਆਪਣੇ ਨਿੱਜੀ ਜੀਵਨ ਦੇ ਬਾਰੇ ਵੀ ਇਹੀ ਗੱਲ ਕਰਦਾ, ਕਿਉਂਕਿ ਅਭਿਆਸ ਦੀ ਜੇ ਅਸੀਂ ਗੱਲ ਕਰੀਏ, ਜਿਹੜਾ ਆ ਸਾਡਾ ਸਰੀਰ ਅਭਿਆਸ ਵਾਸਤੇ ਹੀ ਬਣਿਆ, ਇੱਕ ਸਿੱਖ ਅਭਿਆਸ ਵਾਸਤੇ ਹੀ ਬਣਿਆ।
ਚਾਹੇ ਉਹ ਆਪਣੇ ਜੀਵਨ ਸੰਘਰਸ਼ ਲਈ ਬਣਿਆ ਹੋਵੇ, ਚਾਹੇ ਆਪਣੇ ਗੁਰੂ ਦੇ ਲਈ ਜਿਹੜਾ ਆ ਪ੍ਰਾਪਤੀ ਲਈ ਬਣਿਆ ਹੋਵੇ, ਉਹਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਨੇ ਯਤਨ ਕਰਨੇ ਪੈਂਦੇ ਨੇ। ਇਹ ਨਹੀਂ ਹੈ ਕਿ ਜੰਗਲਾਂ ਦੇ ਵਿੱਚ ਚਲੇ ਜਾਵੇ, ਉੱਚੀ ਉੱਚੀ ਰੱਬ ਦਾ ਨਾਮ ਲਈ ਜਾਵੇ, ਜਿੱਥੇ ਸੰਗਤ ਬੈਠੀ ਹੋਵੇ ਉੱਥੇ ਆਪਣਾ ਜਿਹੜਾ ਆ ਯਤਨ ਕਰੇ ਕਿ ਮੈਂ ਰੱਬ ਦਾ ਨਾਮ ਲੈਣਾ ਜਾਂ ਰੱਬ ਦਾ ਨਾਮ ਐਵੇਂ ਚਿੰਤਨ ਕਰਨਾ ਚਾਹੀਦਾ। ਸਹਿਜ ਤਰੀਕੇ ਦੇ ਨਾਲ ਆਪਣੇ ਮਨ ਜਾਂ ਆਪਣੇ ਹਿਰਦੇ ਘਰ ਨੂੰ ਜਿਹੜਾ ਟਿਕਾ ਕੇ ਜਿਹੜਾ ਆ ਪਰਮਾਤਮਾ ਦਾ ਉਸਤਤ ਕੀਤਾ ਜਾਵੇ, ਉਸ ਤਰ੍ਹਾਂ ਜਿਹੜੀ ਪਰਮਾਤਮਾ ਦੀ ਜਿਹੜੀ ਆ ਪ੍ਰਾਪਤੀ ਹੁੰਦੀ ਆ ਜੀ। ਤੇ ਚਲੋ ਖੈਰ ਸਾਡਾ ਇਹ ਵਿਸ਼ਾ ਨਹੀਂ ਸੀਗਾ, ਥੋੜੀ ਜਿਹੀ ਜਿਹੜੀ ਵਿਚਾਰ ਚਰਚਾ ਸਾਡੀ ਜਿਹੜੀ ਆ ਇਸ ਵਿਸ਼ੇ ਤੇ ਹੋਈ ਆ। ਤੇ ਗੱਲ ਅਸੀਂ ਕਰਦੇ ਸੀਗੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਖੁਦ ਗੁਰੂ ਨਾਨਕ ਦੇਵ ਜੀ ਘੋੜੇ ਤੇ ਲੈਣ ਆ ਗਏ ਤਾਂ ਉਸ ਤਰ੍ਹਾਂ ਦੀ ਜਿਹੜੀ ਆ ਸਥਿਤੀ ਕੀ ਹੋਏਗੀ ਕਿ ਇੱਕ ਮਨ ਦੀ ਤਾਂਗ, ਇੱਕ ਮਨ ਦੀ ਖਿੱਚ, ਇੱਕ ਮਨ ਦੇ ਵਿੱਚ ਸਿਰਫ ਸੀ ਕਿ ਮੈਂ ਦਰਸ਼ਨ ਕਰਨੇ ਨੇ। ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਅਕਾਲ ਪੁਰਖ ਆਪ ਉਹਨਾਂ ਦੇ ਕੋਲ ਜਿਹੜਾ ਆ ਘੋੜਾ ਲੈ ਕੇ ਪੁੱਜ ਗਏ। ਤਾਂ ਸੋਚੋ ਉਹਨਾਂ ਦੇ ਮਨ ਦੀ ਜਿਹੜੀ ਆ ਕਿੰਨੀ ਕੁ ਸੁਚਮਤਾ ਹੋਏਗੀ, ਕਿੰਨੇ ਕੁ ਜਿਹੜਾ ਮਨ ਉਹਨਾਂ ਦਾ ਜਿਹੜਾ ਵਿਰਾਗ ਕਰਦਾ ਹੋਏਗਾ। ਨਾਲ ਉਹ ਪੈਦਲ ਚੱਲ ਰਹੇ ਸੀ, ਬਿਲਕੁਲ ਵੀ ਉਹ ਬਿਲਕੁਲ ਪੈਦਲ ਚੱਲਦੇ ਸੀ। ਤੇ ਇਹ ਵੀ ਸੀਗਾ ਕਿ ਗੁਰੂ ਨਾਨਕ ਦੇਵ ਜੀ ਜਿਹੜਾ ਆ ਘੋੜੇ ਦੀ ਲਗਾਮ ਜਿਹੜੀ ਆ ਫੜ ਕੇ ਜਿਹੜਾ ਆ ਅੱਗੇ ਅੱਗੇ ਚੱਲਦੇ ਸੀਗੇ। ਤੇ ਗੁਰੂ ਜਿਹੜੇ ਨੇ ਆਪਣੇ ਅੰਗਦ ਦੇਵ ਜੀ ਨੂੰ ਉਹਨਾਂ ਨੇ ਜਿਹੜਾ ਆ ਘੋੜੇ ਤੇ ਬਿਠਾਇਆ ਹੋਇਆ ਸੀ ਜੀ। ਜੀ ਤੋਂ ਉਸ ਤੋਂ ਬਾਅਦ ਬਿਲਕੁਲ ਜੀ, ਬਿਲਕੁਲ ਜੀ, ਉਸ ਤੋਂ ਬਾਅਦ ਪੈਰੀ ਟੈ ਪਏ, ਮਾਫੀ ਮੰਗੀ ਕਿ ਮੈਂ ਘੋੜੇ ਤੇ ਤੁਸੀਂ ਪੈਦਲ। ਗੁਰੂ ਸਾਹਿਬ ਨੇ ਪਿਆਰ ਕੀਤਾ, ਨਾ ਪੁੱਛਿਆ ਪਾਈ ਲੈਣਾ। ਫਿਰ ਤੇ ਮਾਫੀ ਦੀ ਕੋਈ ਗੱਲ ਹੀ ਨਹੀਂ, ਤੁਸੀਂ ਲੈਣਾ ਤੇ ਅਸਾ ਦੇਣਾ। ਲੈਣ ਵਾਲੇ ਹਮੇਸ਼ਾ ਘੋੜੇ ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ। ਇਹ ਸੁਣ ਕੇ ਪਾਈ ਲੈਣਾ ਕੁਝ ਬੋਲ ਨਾ ਸਕੇ, ਅੱਖਾਂ ਵਿੱਚੋਂ ਅਥਰੂ ਆ ਗਏ। ਕੋਈ ਅਜਿਹੀ ਅੰਗਮੀ ਖਿੱਚ ਅੰਦਰੋਂ ਪਈ ਕਿ ਦੇਵੀ ਦਰਸ਼ਨ ਤਾਂ ਭੁੱਲ ਹੀ ਗਏ। ਘਰ ਸੁਨੇਹਾ ਭੇਜ ਦਿੱਤਾ ਕਿ ਮੇਰੀ ਉਡੀਕ ਨਾ ਕਰਨਾ। ਬਸ ਫੇਰ ਕੀ ਸੀ, ਉਹ ਗੁਰੂ ਜੋਗੇ ਰਹਿ ਗਏ ਤੇ ਕਦੀ ਨਿਖਰ ਨਾ ਸਕੇ। ਪਤਾ ਲੱਗਣ ਤੇ ਮਾਤਾ ਖੀਵੀ ਜੀ ਬੇਬੇ ਵਿਰਾਈ ਕੋਲ ਗਏ। ਮਨ ਵਿੱਚ ਤੋਖਲਾ ਸੀ ਕਿ ਵਪਾਰ ਨੂੰ ਕੌਣ ਸੰਭਾਲੇਗਾ, ਬੱਚਿਆਂ ਨੂੰ ਕੌਣ ਪੜਾਏਗਾ। ਮਾਤਾ ਵਿਰਾਈ ਨੇ ਦਿਲਾਸਾ ਦਿੱਤਾ ਕਿ ਨੇਕੀ ਦੇ ਘਰ ਗਿਆ ਏ, ਨੇਕ ਬਣ ਕੇ ਹੀ ਆਵੇਗਾ। ਇੱਥੇ ਕਰਤਾਰਪੁਰ ਸੰਗਤਾਂ ਜੁੜਦੀਆਂ, ਸਤ ਸੰਗਤ ਹੁੰਦਾ ਤੇ ਹੱਥੀ ਕਿਰਤ ਕਰਨੀ, ਵੰਡ ਕੇ ਛਕਣਾ ਤੇ ਸਿਮਰਨ ਕਰਨਾ। ਗੁਰੂ ਸਾਹਿਬ ਆਪ ਖੇਤੀ ਦਾ ਕੰਮ ਕਰਦੇ, ਲੰਗਰ ਲਗਾਉਂਦੇ ਤੇ ਦਿਨ ਰਾਤ ਸਿਮਰਨ ਦਾ ਪ੍ਰਵਾਹ ਚੱਲਦਾ ਰਹਿੰਦਾ। ਤੇ ਗੁਰੂ ਨਾਨਕ ਸਾਹਿਬ ਨੇ ਜ਼ਮੀਨ ਖਰੀਦ ਕੇ ਆਪ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਚਿਰ ਮਗਰੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣਾ ਪਰਿਵਾਰ, ਆਪਣਾ ਕੰਮਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿੱਤਾ, ਪਰ ਉੱਥੇ ਉਹਨਾਂ ਦਾ ਚਿੱਤ ਨਾ ਲੱਗਾ ਜੀ। ਆਪਣੇ ਪਰਿਵਾਰ ਨੂੰ ਘਰ ਬਾਹਰ ਦੀ ਜ਼ਿੰਮੇਵਾਰੀ ਨੂੰ ਸੌਂਪ ਕੇ ਮੁੜ ਵਾਪਸ ਕਰਤਾਰਪੁਰ ਆ ਗਏ। ਜਦੋਂ ਕਰਤਾਰਪੁਰ ਪੁੱਜੇ ਤਾਂ ਗੁਰੂ ਨਾਨਕ ਸਾਹਿਬ ਖੇਤਾਂ ਵਿੱਚ ਕੰਮ ਕਰ ਰਹੇ ਸੀ ਜੀ। ਜਾ ਕੇ ਮੱਥਾ ਟੇਕਿਆ ਤੇ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਸ਼ਾਮ ਨੂੰ 2 ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇੱਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀ ਤੇ ਦੂਸਰੀ ਆਪ ਚੁੱਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਸਾਰੇ ਚਿੱਕੜ ਨਾਲ ਲਬੋ ਲੱਭ ਭਰ ਗਏ। ਜਦ ਮਾਤਾ ਸੁਲੱਖਣੀ ਜੀ ਨੇ ਦੇਖਿਆ ਤਾਂ ਆਪ ਤਾਂ ਤੁਸੀਂ ਚੁੱਕੀ ਆ, ਪਰ ਇਹਨਾਂ ਨੂੰ ਚਿੱਕੜ ਦੇ ਨਾਲ ਭਰੀ ਪੰਡ ਕਿਉਂ ਚੁਕਵਾ ਦਿੱਤੀ ਜੀ? ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਵੱਲ ਦੇਖ ਕੇ ਹੱਸ ਪਏ ਤੇ ਉਹਨਾਂ ਨੇ ਆਪਣੇ ਜਿਹੜਾ ਆ ਮੁਖੋਂ ਜਿਹੜਾ ਆ ਇਹ ਜਿਹੜਾ ਕਿਹਾ ਕਿ ਸੁਲੱਖਣੀ, ਇਹਨਾਂ ਦੇ ਸਿਰ ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨੀਆ ਦਾ ਛਿੱਤਰ ਹੈ। ਇਹ ਚਿੱਕੜ ਨਹੀਂ, ਇਹ ਕੇਸਰ ਚਿੱਟੇ ਹਨ। ਪਰਮਾਤਮਾ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਜਿਹੜਾ ਆ ਉਹ ਚੁਣਿਆ ਹੋਇਆ ਆ। ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਵੀ ਪ੍ਰਵਾਨ ਕੀਤਾ। ਬਸ ਫੇਰ ਕੀ ਸੀ, ਗੁਰੂ ਨਾਨਕ ਸਾਹਿਬ ਨਾਲ ਸੇਵਾ ਕਰਨ ਵਿੱਚ ਜਿਹੜਾ ਆ ਉਹ ਤਨ ਮਨ ਧਨ ਦੇ ਨਾਲ ਜਿਹੜਾ ਆ ਉਹ ਜੁਟ ਪਏ। ਹਾਂਜੀ, ਉਹ ਹਰ ਕੰਮ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਤੇ ਹਮੇਸ਼ਾ ਅਗਲੇ ਹੁਕਮ ਲਈ ਤਿਆਰ ਬਰ-ਤਿਆਰ ਰਹਿੰਦੇ। ਉਹਨਾਂ ਨੇ ਤਕਰੀਬਨ 7 ਵਰੇ 1532 ਤੋਂ 1539 ਤੱਕ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ ਤੇ ਕਰੜੀ ਕਾਲ ਕਮਾਈ। ਸਾਰਾ ਦਿਨ ਸੰਗਤਾਂ ਦੀ ਸੇਵਾ, ਖੇਤੀਬਾੜੀ ਦਾ ਕੰਮ ਕਰਦੇ ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਦੀ ਬਿਨਾਂ ਕਿਸੇ ਕਿੰਤੂ ਪਰੰਤੂ ਤੋਂ ਤਿਆਰ ਬਰ-ਤਿਆਰ ਰਹਿੰਦੇ। ਦਿਨ ਰਾਤ ਤਨ ਮਨ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਦੇ ਤੇ ਕਰਦੇ ਕਰਦੇ ਗੁਰੂ ਵਿੱਚ ਅਪੇਧ ਹੋ ਗਏ ਤੇ ਗੁਰੂ ਦਾ ਹੀ ਅੰਗ ਬਣ ਗਏ। ਉਹਨਾਂ ਨੇ 7 ਵਰੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੇ ਕਾਬੂ ਪਾ ਕੇ ਸੇਵਾ, ਸਿਮਰਨ, ਤਿਆਗ, ਧੀਰਜ ਤੇ ਜ਼ਿੰਮੇਵਾਰੀ ਸੰਭਾਲਣ ਦੇ ਸਾਰੇ ਸਬੂਤ ਦਿੱਤੇ। ਹਾਲਾਂਕਿ ਗੁਰੂ ਸਾਹਿਬ ਦੇ ਆਪਣੇ ਪੁੱਤਰ ਉਹਨਾਂ ਕੰਮਾਂ ਨੂੰ ਛੋਟਾ ਜਿਹਾ ਬੇਮਾਇਨੇ ਕਹਿ ਕੇ ਨਾ ਕਰ ਦਿੰਦੇ ਸਨ। ਇਸ ਦੌਰਾਨ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਤੇ ਉਹਨਾਂ ਦੇ ਅੰਦਰ ਜਗਦੀ ਜੋਤ ਨੂੰ ਪਹਿਚਾਨਿਆ। ਸਹਿਜ ਸੁਭਾਅ ਉਹਨਾਂ ਦੀਆਂ ਪ੍ਰੀਖਿਆਵਾਂ ਵੀ ਲਈਆਂ, ਜਿਨ੍ਹਾਂ 'ਚੋਂ ਉਹ 100% ਪਾਸ ਹੋਏ, ਜਿਸ ਨਾਲ ਕਈ ਸਾਖੀਆਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਖਾਹ ਦੀ ਪੰਡ ਚੁੱਕਣੀ, ਚਿੱਕੜ ਵਿੱਚੋਂ ਕਟੋਰਾ ਕੱਢਣਾ, ਮੋਈ ਹੋਈ ਚੂਹੀ ਧਰਮਸਾਲ ਤੋਂ ਬਾਹਰ ਸੁੱਟਣੀ,
ਸਰਦੀ ਦੇ ਮੌਸਮ ਵਿੱਚ ਅੱਧੀ ਰਾਤੀ ਕਈ ਵਾਰ ਕੰਧ ਬਣਾਈ ਜਿਸ ਨੂੰ ਠੀਕ ਨਹੀਂ ਬਣੀ ਕਹਿ ਕੇ ਗੁਰੂ ਨਾਨਕ ਸਾਹਿਬ ਢਵਾ ਦਿੰਦੇ ਸਨ ਤੇ ਮੁਰਦਾ ਖਾਣਾ ਆਦਿ। ਉਹਨਾਂ ਦੇ ਗੁਰਤਾ ਗੱਦੀ ਦੀ ਗੱਲ ਕਰੀਏ, ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਬੁੱਢਾ ਜੀ ਕੋਲੋਂ ਗੁਰਗੱਦੀ ਰਸਮ ਅਦਾ ਕਰਵਾ ਕੇ ਗੁਰਗੱਦੀ ਲਹਿਰੇ ਨੂੰ ਸੌਂਪ ਦਿੱਤੀ। ਉਹਨਾਂ ਨੂੰ ਆਪਣੇ ਅੰਗ ਲਗਾ ਕੇ ਨਾਮ ਅੰਗਦ ਰੱਖ ਦਿੱਤਾ। ਪੋਥੀਆਂ ਦੇ ਰੂਪ ਵਿੱਚ ਬਾਣੀ ਦੇ ਖਜ਼ਾਨੇ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ। ਸਾਰੀਆਂ ਸੰਗਤਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮੱਥਾ ਟੇਕਿਆ, ਪਰ ਪੁੱਤਰਾਂ ਨੇ ਇਸ ਹੁਕਮ ਦੀ ਜਿਹੜੀ ਪਾਲਣਾ ਹੀ ਨਹੀਂ ਕੀਤੀ। ਉਹਨਾਂ ਨੇ ਮੱਥਾ ਟੇਕਣ ਦੀ ਬਜਾਏ ਪਿੱਠ ਕਰ ਲਈ, ਇਸ ਦਾ ਵਿਰੋਧ ਕੀਤਾ ਜੀ। ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾ ਕੇ ਪ੍ਰਚਾਰ ਆਰੰਭ ਕਰਨ ਦਾ ਵੀ ਹੁਕਮ ਦਿੱਤਾ। ਕੁਝ ਚਿਰ ਪਿੱਛੋਂ ਉਹਨਾਂ ਨੂੰ ਮਿਲਣ ਲਈ ਗਏ ਤੇ ਨਾਲ ਹੀ ਲੈ ਗਏ। ਸ਼ਾਇਦ ਉਹ ਜਾਣ ਚੁੱਕੇ ਸਨ, ਮਤਲਬ ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਦਾ ਵਕਤ ਜਿਹੜਾ ਆ ਨੇੜੇ ਆ ਗਿਆ। ਗੁਰੂ ਅੰਗਦ ਦੇਵ ਜੀ ਸ਼ੁਰੂ ਤੋਂ ਹੀ ਮਿੱਠਾ ਬੋਲਣ ਦੇ ਨਾਲ ਹਲੀਮੀ, ਸਿਆਣਪ, ਖੁੱਲ੍ਹਦਿਲੀ ਦੇ ਭੰਡਾਰ ਸੀ। ਉਹਨਾਂ ਨੇ ਸੋਚਿਆ ਕਿ ਕਰਤਾਰਪੁਰ ਰਹਿਣ ਨਾਲ ਗੁਰੂ ਸਾਹਿਬ ਦੇ ਪੁੱਤਰਾਂ ਨਾਲ ਤੇ ਈਰਖੀਆਂ ਨਾਲ ਕੋਈ ਵਖੇੜਾ ਤਾਂ ਜ਼ਰੂਰ ਖੜਾ ਹੋ ਸਕਦਾ ਹੈ, ਕਿਉਂਕਿ ਉਹ ਉਹਨਾਂ ਨੂੰ ਨਹੀਂ ਚਾਹੁੰਦੇ ਸਨ ਕਿ ਉਹ ਗੁਰਤਾ ਗੱਦੀ ਤੇ ਜਿਹੜਾ ਆ ਉਹ ਵਿਰਾਜਮਾਨ ਹੋਣ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ 2 ਪੁੱਤਰ ਸਨ, ਜਾਂ ਹੋਰ ਵੀ ਕੋਈ ਜਿਹੜਾ ਆ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੋਏਗਾ ਜਾਂ ਗੁਰੂ ਦੇ ਨਾਲ ਜਿਹੜਾ ਲਗਾਵ ਰੱਖਦਾ ਹੋਏਗਾ, ਉਸ ਦੇ ਮਨ ਦੇ ਵਿੱਚ ਵੀ ਇਹ ਜਿਹੜੀ ਆ ਖੁਆਇਸ਼ ਹੋ ਸਕਦੀ ਹੈ ਕਿ ਜਿਹੜਾ ਆ ਵੀ ਮੈਂ ਇਸ ਗੁਰਗੱਦੀ ਦੇ ਲਾਇਕ ਹੋਵਾਂ। ਪਰ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀਗੀ ਕਿ ਗੁਰਗੱਦੀ ਉਸ ਨੂੰ ਹੀ ਮਿਲਦੀ ਹੈ ਜੋ ਆਪਣੇ ਅੰਦਰੋਂ ਹਉਮੈ, ਕਾਮ, ਕ੍ਰੋਧ, ਲੋਭ, ਅਹੰਕਾਰ, ਈਰਖਾ ਜਿਹੜੀ ਆ ਸਾਰਿਆਂ ਦੀ ਮੈਲ ਨੂੰ ਜਿਹੜਾ ਧੋ ਕੇ ਗੁਰੂ ਦੇ ਸਿਧਾਂਤ ਤੇ ਚੱਲਦਾ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ, ਗੁਰੂ ਮੱਤ ਦੇ ਅਨੁਸਾਰ ਚੱਲਦਾ ਜੀ। ਇਸੇ ਤਰ੍ਹਾਂ ਦਾ ਜਿਹੜਾ ਆ ਉਹ ਉੱਥੇ ਮਾਹੌਲ ਬਣਿਆ ਹੋਇਆ ਸੀ। ਤੇ ਨਾਲੇ ਗੁਰੂ ਸਾਹਿਬ ਦਾ ਹੁਕਮ ਹੀ ਵੀ ਸੀ ਵੀ ਖਡੂਰ ਸਾਹਿਬ ਜਾ ਕੇ ਜਿਹੜਾ ਆ ਪ੍ਰਚਾਰ ਕਰਨਾ ਆ। ਉਹ ਖਡੂਰ ਸਾਹਿਬ ਦੇ ਲਾਗੇ ਪਿੰਡ ਸੰਘਰ, ਜਿੱਥੇ ਉਹਨਾਂ ਦੀ ਭੂਆ ਰਹਿੰਦੀ ਸੀ, ਮਾਤਾ ਵਿਰਾਈ ਦੇ ਘਰ ਜਾ ਠਹਿਰੇ ਅਤੇ ਇਕਾਂਤ ਵਿੱਚ ਸਿਮਰਨ ਕਰਨ ਲੱਗੇ ਜੀ। ਹਾਂਜੀ। ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਕੁਝ ਮਹੀਨੇ ਵੈਰਾਗ ਵਿੱਚ ਲੰਘੇ। ਵਿਛੋੜੇ ਦੀ ਕਸਕ ਅਤ ਤਿੱਖੀ ਸੀ। ਇੱਕ ਭੋਰਾ ਨਾ ਵਿਚਰਨ ਵਾਲਾ ਸੇਵਕ ਵੈਰਾਗ ਵਿੱਚ ਬਹਿਬਲ ਹੋ ਉਠਿਆ। ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਜੀ, ਕਈ ਮਹੀਨੇ ਗੁਰੂ ਅੰਗਦ ਦੇਵ ਜੀ ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿੱਚ ਇਕਾਂਤਵਾਸ ਵਿੱਚ ਰਹੇ। ਅਖੀਰ ਸੰਗਤਾਂ ਨੇ ਉਹਨਾਂ ਭਾਲ ਲਿਆ ਤੇ ਆਤਮਿਕ ਅਗਵਾਈ ਲਈ ਬੇਨਤੀ ਕੀਤੀ। ਮੁੜ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਦੇ ਖੁੱਲੇ ਦਰਸ਼ਨ ਦੀਦਾਰ ਦੇਣੇ ਸ਼ੁਰੂ ਕਰ ਦਿੱਤੇ। ਜੀ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਹੁਣ ਦਰਬਾਰ ਸਾਰ ਜਿਹੜਾ ਆ ਦਰਬਾਰ ਲੱਗਦੇ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਹੁੰਦਾ, ਕੀਰਤਨ ਵੀ ਹੁੰਦਾ, ਗੁਰਬਾਣੀ ਗੁਰੂ ਦੇ ਉਪਦੇਸ਼ਾਂ ਦੀ ਵਿਆਖਿਆ ਵੀ ਹੁੰਦੀ ਤੇ ਇਸੇ ਦੁਆਰਾ ਜਿਹੜਾ ਆ ਗੁਰੂ ਜਿਹੜਾ ਆ ਦੇ ਉਪਦੇਸ਼ ਦੇ ਨਾਲ ਜਿਹੜਾ ਆ ਸੰਗਤਾਂ ਨੂੰ ਜਿਹੜਾ ਆ ਉਹ ਪਿਆਰ ਤੇ ਸਤਿਕਾਰ ਮਿਲਣ ਲੱਗਿਆ, ਗੁਰੂ ਦਾ ਰਾਹ ਦਿਖਣ ਲੱਗਿਆ, ਅਕਾਲ ਪੁਰਖ ਦੀ ਹੋਂਦ ਬਾਰੇ ਪਤਾ ਲੱਗਣ ਲੱਗਿਆ, ਆਪਣੇ ਵਜੂਦ ਬਾਰੇ ਪਤਾ ਲੱਗਣ ਲੱਗ ਗਿਆ ਕਿ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਖਿਆ ਗਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣਨ ਦੀ ਗੱਲ ਕੀਤੀ ਗਈ। ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜਾ ਆ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਆ, ਕਿਸ ਤਰ੍ਹਾਂ ਪਰਮਾਤਮਾ ਦਾ ਚਿੰਤਨ ਕਰਨਾ ਆ, ਕਿਸ ਤਰ੍ਹਾਂ ਗੁਰਬਾਣੀ ਨੂੰ ਜਿਹੜਾ ਆ ਪੜ੍ਹਨਾ ਆ, ਆਪਣੇ ਮਨ ਦੇ ਵਿੱਚ ਸਹਿਜਤਾ ਕਿਵੇਂ ਲਿਆਉਣੀ ਆ। ਜੀ। ਉਹਨਾਂ ਦੀ ਬਾਣੀ ਤੇ ਉਹਨਾਂ ਦੇ ਉਪਦੇਸ਼ਾਂ ਨਾਲ ਜਿਹੜਾ ਆ ਉਹ ਗੁਰਬਾਣੀ ਨੂੰ ਜੋੜਦੇ ਤੇ ਉਹਨਾਂ ਨੂੰ ਜਿਹੜਾ ਆ ਗੁਰੂ ਨਾਨਕ ਮਿਸ਼ਨ ਨੂੰ ਪੂਰਾ ਕਰਨ ਤੇ ਸੰਗਤ ਨੂੰ ਮਜ਼ਬੂਤ ਕਰਨ ਤੇ ਸੰਗਠਿਤ ਕਰਨ ਦੇ ਪ੍ਰੋਗਰਾਮ ਜਿਹੜੇ ਨੇ ਉਹ ਲਗਾਤਾਰ ਉਲੀਕੇ ਜਾਣ ਲੱਗੇ। ਤੇ ਅੱਜ ਕੱਲ ਰੂਹੀ ਜੀ ਅੱਜ ਕੱਲ ਦੇ ਜ਼ਮਾਨੇ ਵਿੱਚ ਕਈ ਜਿਹੜੇ ਨੇ ਉਪਰਾਲੇ ਹੁੰਦੇ ਨੇ, ਕੀਰਤਨ ਦਰਬਾਰ ਕਰਵਾਏ ਜਾਂਦੇ ਨੇ, ਗੁਰੂ ਘਰਾਂ ਦੇ ਵਿੱਚ ਜਿਹੜਾ ਆ ਲੜੀਵਾਰ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾਂਦੇ ਨੇ ਤੇ ਗੁਰੂ ਅਰਜਨ ਦੇਵ ਜੀ ਦਾ ਜਦੋਂ ਸ਼ਹੀਦੀ ਗੁਰਪੁਰਬ ਆਉਂਦਾ ਆ ਉਦੋਂ ਵੀ ਜਿਹੜਾ ਆ ਬੀਬੀਆਂ ਨਾਲ ਮਿਲ ਕੇ ਜਿਹੜਾ ਆ ਉਹ ਗੁਰੂ ਘਰਾਂ ਦੇ ਵਿੱਚ ਜਿਹੜਾ ਆ ਸੁਖਮਨੀ ਸਾਹਿਬ ਦੇ ਜਿਹੜੇ ਆ ਪਾਠ ਕਰਦੇ ਨੇ। ਇਸੇ ਤਰ੍ਹਾਂ ਦਾ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਕੀਤੇ ਜਾਂਦੇ ਸੀਗੇ। ਇੱਕ ਗੱਲ ਜਿਹੜੀ ਉਹ ਖਾਸ ਸੀ ਤੇ ਹੁਣ ਵੀ ਆ, ਅੰਮ੍ਰਿਤ ਵੇਲਾ ਸੰਭਾਲਣ ਦੀ ਗੱਲ ਕੀਤੀ ਜਾਂਦੀ ਸੀ। ਅੰਮ੍ਰਿਤ ਵੇਲਾ ਕਦੇ ਵੀ ਨਹੀਂ ਸੀ ਖੁੰਝਦਾ, ਪਰ ਅੱਜ ਸਾਡੇ ਕੋਲੋਂ ਅੰਮ੍ਰਿਤ ਵੇਲਾ ਜਿਹੜਾ ਆ ਉਹ ਖੁੰਝਦਾ ਜਾਂਦਾ ਆ। ਬਿਲਕੁਲ। ਸਿਰਫ ਗੁਰੂ ਘਰ ਦੇ ਵਿੱਚ ਹੀ ਜਿਹੜਾ ਆ ਅੰਮ੍ਰਿਤ ਵੇਲੇ ਸੱਚ ਦਾ ਪ੍ਰਕਾਸ਼ ਹੁੰਦਾ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਆ।
ਉਸ ਤੋਂ ਬਾਅਦ ਚੋਂ ਸਾਰਾ ਦਿਨ ਕੂੜ ਚੱਲਦਾ ਹੈ, ਕੂੜ ਜੀ। ਪ੍ਰਚਾਰ ਹੁੰਦਾ ਹੈ। ਜੀ। ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਲੱਗੇ ਰਹਿੰਦੇ ਆ, ਅਸੀਂ ਇੱਕ ਦੂਜੇ ਦੇ ਉੱਤੇ ਤੌਹਮਤ ਲਾਉਣ ਤੇ ਲੱਗੇ ਰਹਿੰਦੇ ਆ, ਜਾਂ ਅਸੀਂ ਕਈ ਪ੍ਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਕਰਦੀਆਂ ਨੇ ਜੋ ਗੁਰਮਤ ਦੇ ਉਲਟ ਨੇ। ਜੀ ਹਾਂਜੀ ਜੀ। ਤੇ ਨਾਲ ਤੁਹਾਨੂੰ ਇਹ ਵੀ ਕਹਿਣਾ ਚਾਹੂੰਗੀ ਕਿ ਸਾਨੂੰ ਕਿਸੇ ਵੀ ਚੀਜ਼ ਦੀ ਆਦਤ ਲੱਗਣ ਲਈ ਨਾ ਸਿਰਫ 3 ਦਿਨ ਲੱਗਦੇ ਨੇ, ਠੀਕ ਹੈ। ਬਿਲਕੁਲ ਜੀ। ਹੁਣ ਤੁਸੀਂ ਪੁੱਛੋਗੇ ਕਿ ਕਿਉਂ ਬੋਲ ਰਹੀ ਹਾਂ, ਹਾਂਜੀ। ਕਿਉਂਕਿ ਜੇ ਅਸੀਂ ਇੱਕ ਵਾਰ ਵੀ ਸਵੇਰੇ 4 ਵਜੇ ਉੱਠਣਾ ਸ਼ੁਰੂ ਕਰ ਦਾਂਗੇ, ਸਿਰਫ 3 ਦਿਨ ਦੀ ਮਿਹਨਤ ਹੈ, ਉਸ ਤੋਂ ਬਿਲਕੁਲ ਬਾਅਦ ਵਾਹਿਗੁਰੂ ਆਪ ਹੀ ਤੁਹਾਡੇ ਅੰਦਰ ਆ ਕੇ ਤੁਹਾਨੂੰ ਜਗਾਉਣਗੇ। ਬਿਲਕੁਲ ਜੀ, ਜੀ। ਬਿਲਕੁਲ। ਤੇ ਅੱਗੇ ਅਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਨਵੇਂ ਜੰਮੇ ਸਿੱਖੀ ਦੇ ਬੂਟੇ ਨੂੰ, ਜਿਸ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸੀ, ਉਸ ਨੂੰ ਸੰਭਾਲਣਾ ਤੇ ਗੁਰੂ ਸੰਤਾਨਾਂ, ਸੰਨਿਆਸੀਆਂ, ਜੋਗੀਆਂ, ਬ੍ਰਾਹਮਣਾਂ ਤੇ ਸਮੇਂ ਦੇ ਹੁਕਮਰਾਨਾਂ ਤੋਂ ਇਸ ਨੂੰ ਬਚਾਉਣਾ। ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਦੀ ਥਾਂ ਖਡੂਰ ਸਾਹਿਬ ਦਰਿਆ ਬਿਆਸ ਤੋਂ 5 ਕਿਲੋਮੀਟਰ ਦੂਰ ਸਿੱਖੀ ਕੇਂਦਰ ਸਥਾਪਿਤ ਕੀਤਾ। ਜੀ ਬਿਲਕੁਲ ਜੀ। ਲੰਗਰ ਦੀ ਪ੍ਰਥਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਤੇ ਮੁੜ ਚਾਲੂ ਹੋ ਗਈ। ਮਾਤਾ ਖੀਵੀ ਜੀ ਲੰਗਰ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰੀ ਦਿੱਤੀ, ਜਿਸ ਨਾਲ ਇਸਤਰੀ ਜਾਤੀ ਦਾ ਮਾਣ ਤੇ ਸਤਿਕਾਰ ਵਧਿਆ, ਮਾਣ ਸਤਿਕਾਰ ਵਧਿਆ। ਮਾਤਾ ਖੀਵੀ ਜੀ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ ਸੀ। ਉਹ ਵਰਤਾਰਾ ਕੀ ਸੀ? ਸਭ ਨਾਲ ਮਿੱਠਾ ਬੋਲਣਾ, ਗਰੀਬ ਗੁਰਬੇ ਦੀ ਲੋੜਵੰਦਾਂ ਦੀ ਸਹਾਇਤਾ ਕਰਨੀ, ਤੇ ਨਾਲ ਆਮ ਜਨਤਾ ਦਾ ਜਿਹੜਾ ਆ ਸਿੱਖੀ ਦਾ ਰਿਸ਼ਤਾ ਜਿਹੜਾ ਆ ਉਹ ਬਹੁਤ ਮਜ਼ਬੂਤ ਹੁੰਦਾ ਗਿਆ। ਮਾਤਾ ਖੀਵੀ ਜੀ ਜਦ ਕਿਸੇ ਬਹੁਤ ਹੀ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠਦੇ ਦੇਖਦੇ ਤਾਂ ਚੁੱਪਚਾਪ ਉਹਨਾਂ ਦੀ ਜੇਬ ਵਿੱਚ ਜਿਹੜਾ ਆ ਉਹ ਪੈਸੇ ਵੀ ਪਾ ਦਿੰਦੇ ਸੀ, ਤੇ ਇਸੇ ਤਰ੍ਹਾਂ ਦਾ ਜਿਹੜਾ ਆ ਉਹਨਾਂ ਦਾ ਜਿਹੜਾ ਆ ਉਹ ਜੀਵਨ ਸੀਗਾ। ਜੀ। ਤੇ ਆਓ ਅਸੀਂ ਹੁਣ ਜਿਹੜਾ ਆ ਵੇੜਾ ਹੋ ਗਿਆ ਸਾਡੇ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਜਿਹੜੀ ਆ ਇਤਿਹਾਸ ਦੀ ਸਾਂਝ ਅਸੀਂ ਪਾਵਾਂਗੇ, ਤੇ ਮਿਲਦੇ ਆ ਛੋਟੇ ਜਿਹੇ ਅੰਤਰਾਲ ਤੋਂ ਬਾਅਦ।